प्यारे बच्चों, उम्मीद करते हैं ਤੁਹਾਨੂੰ ਕੱਲ ਵਾਲੀ ਵੀਡੀਓ 17 ਤਰੀਕ ਦੀ ਠੀਕ ਵਧੀਆ ਲੱਗੀ ਹੋਊਗੀ। ਜੇ ਕੋਈ ਵੀ ਕੁਝ ਤੁਹਾਨੂੰ ਲੱਗਦਾ ਹੈ ਵੀ ਸਾਨੂੰ ਸਮਝ ਨਹੀਂ ਆ ਰਿਹਾ ਤਾਂ ਪਲੀਜ਼ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸ਼ੇਅਰ ਕਰੋ। ਅੱਜ ਆਪਾਂ ਪੈਸ 18 ਅਗਸਤ 2020 ਬਾਰੇ ਡਿਸਕਸ ਕਰਾਂਗੇ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ, ਆਪਾਂ ਪੈਸ ਬਾਰੇ ਪੜ੍ਹ ਰਹੇ ਹਾਂ, ਪੰਜਾਬ ਅਚੀਵਮੈਂਟ ਸਰਵੇ ਅਭਿਆਸ ਸ਼ੀਟ 2। ਕੱਲ੍ਹ ਅਸੀਂ ਕੀਤੀ ਸੀਗੀ ਅਭਿਆਸ ਸ਼ੀਟ 1। ਤਾਂ ਇਹ ਜਿਹੜਾ ਮੇਨ ਸਰਵੇ ਹੈ ਇਹ ਨੈਸ 'ਤੇ ਆਧਾਰਿਤ ਹੈ, ਨੈਸ਼ਨਲ ਅਚੀਵਮੈਂਟ ਸਰਵੇ। ਸੇਮ ਉਹਦੇ ਉੱਪਰ ਹੀ ਜਿਹੜਾ ਹੈਗਾ ਪੰਜਾਬ ਸਰਵੇ ਕਰਨ ਜਾ ਰਿਹਾ। ਉਹਦੇ ਸੇਮ ਇਹ ਜਿਹੜਾ ਆਪਾਂ ਵਰਕਸ਼ੀਟ ਹੁਣ ਕਰ ਰਹੇ ਹਾਂ ਅੱਜ ਕੱਲ੍ਹ, ਇਹ ਸੇਮ ਪੈਟਰਨ ਇਹੀ ਪੈਟਰਨ ਹੋਏਗਾ ਜਦੋਂ ਤੁਹਾਡਾ ਕੁਇਜ਼ ਹੋਊਗਾ। ਤਾਂ ਪਹਿਲਾ ਵਿਸ਼ਾ ਆਪਣਾ ਹੈਗਾ ਪੰਜਾਬੀ। ਹੇਠ ਲਿਖੇ ਪੈਰੇ ਨੂੰ ਪੜ੍ਹੋ ਅਤੇ ਪ੍ਰਸ਼ਨਾਂ ਦੇ ਉੱਤਰ ਦਿਓ। ਪਹਿਲਾਂ ਪੈਰੇ ਨੂੰ ਅਸੀਂ ਧਿਆਨ ਨਾਲ ਸਮਝ ਕੇ ਪੜ੍ਹਨਾ ਹੈ ਔਰ ਤੁਹਾਡਾ ਜੋ ਵੀ ਇਹ ਟੈਸਟ ਆਊਗਾ ਤੁਹਾਡੇ ਲੈਵਲ ਦੇ ਅਕੋਰਡਿੰਗਲੀ ਹੋਊਗਾ। ਤੁਸੀਂ ਸਮਝ ਕੇ ਕਰਨਾ ਹੈ। ਜਿਵੇਂ ਪੈਰਾ ਦਿੱਤਾ ਹੋਇਆ, ਸਾਰੇ ਆਨਸਰ ਤੁਹਾਨੂੰ ਪੈਰੇ ਦੇ ਵਿੱਚ ਹੀ ਮਿਲ ਜਾਣਗੇ। ਕੰਪਿਊਟਰ ਇੱਕ ਅਜਿਹੀ ਮਸ਼ੀਨ ਹੈ ਜਿਸ ਨੇ ਹਰ ਕੰਮ ਨੂੰ ਸੌਖਾ ਕਰ ਦਿੱਤਾ ਹੈ। ਇਸ ਨਾਲ ਹਰ ਕੰਮ ਪਲਾਂ ਛਿਨਾਂ ਵਿੱਚ ਹੀ ਹੋ ਜਾਂਦਾ ਹੈ। ਇਸ ਨੇ ਸਾਰੀਆਂ ਮਸ਼ੀਨਾਂ ਨੂੰ ਮਾਤ ਪਾ ਦਿੱਤੀ ਹੈ। ਇਸ ਉੱਪਰ ਚਾਹੇ ਤੁਸੀਂ ਕੋਈ ਪੱਤਰ ਟਾਈਪ ਕਰ ਲਵੋ ਜਾਂ ਗਣਿਤ ਦਾ ਜੋੜ ਘਟਾਓ, ਆਪਣੀ ਮਰਜ਼ੀ ਦੇ ਚਿੱਤਰ ਬਣਾ ਲਵੋ ਜਾਂ ਕੋਈ ਗੀਤ ਸੁਣ ਲਵੋ। ਕੰਪਿਊਟਰ ਦਾ ਮੁੱਖ ਅੰਗ ਮੋਨੀਟਰ ਹੈ। ਕੀਬੋਰਡ ਨਾਲ ਅਸੀਂ ਟਾਈਪ ਕਰਦੇ ਹਾਂ। ਕੰਪਿਊਟਰ ਦਿਨ ਰਾਤ ਕੰਮ ਕਰਦਿਆਂ ਕਦੇ ਨਹੀਂ ਥੱਕਦਾ। ਇਹ ਵੀ ਇਸ ਦਾ ਕਮਾਲ ਹੈ। ਤਾਂ ਹੁਣ ਇਹ ਪੈਰਾ ਸੀ ਬੱਚੋ। ਅੱਗੇ ਪ੍ਰਸ਼ਨ ਹੈ। ਪ੍ਰਸ਼ਨ ਪਹਿਲਾ ਹੈਗਾ ਤੁਹਾਡਾ, ਕੰਪਿਊਟਰ ਦਾ ਮੁੱਖ ਅੰਗ ਕਿਹੜਾ ਹੈ? ਤਾਂ ਆਪਣਾ ਇਹ ਉੱਪਰ ਧਿਆਨ ਰੱਖਣਾ ਹੈ। ਜਿਹੜਾ ਆਪਾਂ ਉੱਪਰ ਪੈਰਾ ਪੜ੍ਹਿਆ ਸੀ, ਸਾਰੇ ਇਹਨਾਂ ਦੇ ਪ੍ਰਸ਼ਨਾਂ ਦੇ ਉੱਤਰ ਬੱਚੋ ਜਿਹੜੇ ਹੈਗੇ ਆ ਤੁਹਾਨੂੰ ਪੈਰੇ ਦੇ ਵਿੱਚ ਹੀ ਮਿਲ ਜਾਣਗੇ। ਕੰਪਿਊਟਰ ਦਾ ਮੁੱਖ ਅੰਗ ਕਿਹੜਾ ਹੈ? ਆਪਾਂ ਨੇ ਇੱਥੇ ਪੜ੍ਹਿਆ ਸੀਗਾ ਮੁੱਖ ਅੰਗ। ਕੰਪਿਊਟਰ ਦਾ ਮੁੱਖ ਅੰਗ ਇੱਥੇ ਤੁਹਾਡਾ ਹੈਗਾ ਆ ਰਿਹਾ, ਮੋਨੀਟਰ ਹੈ। ਕੰਪਿਊਟਰ ਦਾ ਮੁੱਖ ਅੰਗ ਕੀ ਹੈ? ਮੋਨੀਟਰ ਹੈ। ਤਾਂ ਤੁਸੀਂ ਜਿਹੜਾ ਹੈਗਾ ਇਹਦੇ 'ਤੇ ਆ ਦਿੱਤਾ ਹੋਇਆ ਮੋਨੀਟਰ। ਕੰਪਿਊਟਰ ਦਾ ਮੁੱਖ ਅੰਗ ਮੋਨੀਟਰ ਹੈ। ਮੋਨੀਟਰ 'ਤੇ ਆਪਾਂ ਸਹੀ ਦੀ ਨਿਸ਼ਾਨੀ ਲਗਾ ਦਾਂਗੇ। ਪਲਾਂ ਛਿਨਾਂ ਤੋਂ ਕੀ ਭਾਵ ਹੈ? ਹੁਣ ਪਲਾਂ ਛਿਨਾਂ ਇਹਦਾ ਮਤਲਬ ਬਹੁਤ ਤੇਜ਼ੀ ਨਾਲ, ਕਿਉਂਕਿ ਇਸ ਪੈਰੇ ਦੇ ਵਿੱਚ ਵੀ ਇਹ ਯੂਜ਼ ਹੋਇਆ ਸੀਗਾ। ਇਹ ਪੈਰੇ 'ਚ ਆਪਣੇ ਜਿਹੜਾ ਹੈਗਾ ਯੂਜ਼ ਹੋਇਆ ਸੀ। ਉੱਪਰ ਉਹਨੇ ਲਿਖਿਆ ਸੀ, ਸੈਕਿੰਡ ਲਾਈਨ ਹੈ, ਇਸ ਨਾਲ ਹਰ ਕੰਮ ਪਲਾਂ ਛਿਨਾਂ ਵਿੱਚ ਹੀ ਹੋ ਜਾਂਦਾ ਹੈ। ਜਿਹੜਾ ਹੈਗਾ ਤੁਹਾਡਾ ਹਰ ਕੰਮ ਪਲਾਂ ਛਿਨਾਂ ਦੇ ਵਿੱਚ ਹੋ ਜਾਂਦਾ ਹੈ। ਇਹਦਾ ਮਤਲਬ ਕੀ ਹੋਇਆ? ਪਲਾਂ ਛਿਨਾਂ ਦੇ ਵਿੱਚ ਹੋ ਜਾਂਦਾ ਹੈ ਵੀ ਬਹੁਤ ਜਲਦੀ ਹੋ ਜਾਂਦਾ ਹੈ ਕੰਮ। ਆ ਸੈਕਿੰਡ ਲਾਈਨ ਦੇ ਵਿੱਚ ਸੀ, ਪਲਾਂ ਛਿਨਾਂ ਵਿੱਚ ਹੀ ਹੋ ਜਾਂਦਾ ਹੈ, ਬਹੁਤ ਤੇਜ਼ੀ ਨਾਲ ਹੋ ਜਾਂਦਾ ਹੈ, ਬਹੁਤ ਦੇਰ ਨਾਲ, ਕਦੇ ਨਹੀਂ। ਤਾਂ ਆਪਣਾ ਸਹੀ ਉੱਤਰ ਕੀ ਆਊਗਾ? ਊੜਾ, ਬਹੁਤ ਤੇਜ਼ੀ ਨਾਲ। ਨੈਕਸਟ ਵਰਡ ਹੈ ਤੁਹਾਡਾ, ਸੌਖਾ ਦਾ ਵਿਰੋਧੀ ਸ਼ਬਦ ਹੈ। ਹੁਣ ਸੌਖਾ ਦਾ ਵਿਰੋਧੀ ਉਲਟ, ਤੁਸੀਂ ਉਲਟ ਦੱਸਣਾ ਹੈ। ਸੌਖਾ ਦਾ ਵਿਰੋਧੀ ਸ਼ਬਦ ਤੁਹਾਡੀਆਂ ਆਪਸ਼ਨਸ ਹੈ, ਊੜੇ 'ਤੇ ਹੋਰ ਸੌਖਾ, ਔਖਾ, ਉੱਚਾ, ਨੀਵਾਂ। ਤਾਂ ਇਹਦੀ ਸਹੀ ਆਪਸ਼ਨ ਕੀ ਹੈ? ਔਖਾ। ਸੌਖਾ ਦਾ ਵਿਰੋਧੀ ਸ਼ਬਦ ਔਖਾ। ਉੱਪਰ ਦਿੱਤੇ ਪੈਰੇ ਦਾ ਭਾਵ ਕੀ ਹੈ? ਜੋ ਹੁਣ ਆਪਾਂ ਉੱਪਰ ਪੈਰਾ ਪੜ੍ਹਿਆ ਉਹਦਾ ਕੀ ਭਾਵ ਹੈ? ਤੁਹਾਨੂੰ ਕੀ ਸਮਝ ਆਉਂਦੀ ਹੈ ਪੈਰੇ ਬਾਰੇ? ਚਿੱਤਰ ਬਣਾਉਣਾ ਅਤੇ ਗੀਤ ਸੁਣਨਾ। ਆੜੇ 'ਤੇ ਹੈ ਮਸ਼ੀਨਾਂ ਬਾਰੇ ਦੱਸਣਾ। ਈੜੀ 'ਤੇ ਹੈ ਕੰਪਿਊਟਰ ਸੰਬੰਧੀ ਜਾਣਕਾਰੀ। ਸੱਸੇ 'ਤੇ ਹੈ ਦਿਨ ਰਾਤ ਕੰਮ ਕਰਨਾ। ਅੱਛਾ, ਹੁਣ ਤੁਹਾਨੂੰ ਪੈਰਾ ਪੜ੍ਹ ਕੇ ਬੱਚੋ ਮੈਨੂੰ ਪਤਾ ਹੈ ਵੀ ਤੁਸੀਂ ਕੱਲ੍ਹ ਵੀ ਕੀਤਾ ਕੰਮ, ਤਾਂ ਅੱਜ ਤੁਹਾਨੂੰ ਸਾਰਾ ਹੀ ਸਮਝ ਆ ਗਈ ਹੈ ਵੀ ਇਹ ਪੈਰਾ ਕਿਸ ਰਿਗਾਰਡਿੰਗ ਸੀਗਾ। ਕੰਪਿਊਟਰ ਸੰਬੰਧੀ ਜਾਣਕਾਰੀ। ਵੈਰੀ ਗੁੱਡ। ਪੰਜਵਾਂ ਪ੍ਰਸ਼ਨ ਹੈ, ਅਸੀਂ ਕੰਪਿਊਟਰ 'ਤੇ ਟਾਈਪ ਕਿਸ ਨਾਲ ਕਰਦੇ ਹਾਂ? ਕੰਪਿਊਟਰ 'ਤੇ ਟਾਈਪ ਅਸੀਂ ਕਿਸ ਨਾਲ ਕਰਦੇ ਹਾਂ? ਇਹ ਵੀ ਅਸੀਂ ਉੱਪਰ
ਜਿਹੜਾ ਹੈਗਾ ਤੁਸੀਂ ਪੈਰੇ ਦੇ ਵਿੱਚ ਪੜ੍ਹਿਆ ਸੀਗਾ। ਅਸੀਂ ਕੰਪਿਊਟਰ ਤੇ ਟਾਈਪ ਕਿਸ ਚੀਜ਼ ਨਾਲ ਕਰਦੇ ਆ? ਆ ਦੇਖੋ ਇੱਥੇ ਪਈ ਹੈ ਨਾ ਲਾਈਨ ਲਾਸਟ, ਕੀਬੋਰਡ ਨਾਲ ਅਸੀਂ ਟਾਈਪ ਕਰਦੇ ਹਾਂ, ਆਹ ਵਾਲੀ ਲਾਈਨ। ਤਾਂ ਇਹ ਪੈਰੇ ਵਾਲੀ ਲਾਈਨ ਜਿਹੜੀ ਹੈਗੀ ਆ ਅਸੀਂ ਕੀਬੋਰਡ ਨਾਲ ਕਰਦੇ ਆ। ਅਸੀਂ ਕਿਹਨੂੰ ਟਿਕ ਕਰਾਂਗੇ? ਕੀਬੋਰਡ। ਤਾਂ ਆਪਣਾ ਬੇਟੇ ਪੰਜਾਬੀ ਦਾ ਜਿਹੜਾ ਹੈਗਾ ਟੈਸਟ ਆਪਾਂ ਕੰਪਲੀਟ ਕਰ ਲਿਆ। ਹੁਣ ਨੈਕਸਟ ਆਪਣਾ ਪੈਸ ਦਾ ਵਿਸ਼ਾ ਹੈਗਾ ਗਣਿਤ। ਤਾਂ ਜੋ ਵੀ ਕੁਐਸਚਨ ਕਰਨੇ ਆ ਸਾਰਿਆਂ ਨੇ ਸਮਝ ਕੇ ਕਰਨੇ ਆ ਔਰ ਸਟੇਟਮੈਂਟ ਧਿਆਨ ਨਾਲ ਪੜ੍ਹਨੀ ਹੈ, ਕਾਹਲੀ ਨਹੀਂ ਕਰਨੀ। ਸਟੇਟਮੈਂਟ ਨੂੰ ਹਮੇਸ਼ਾ ਧਿਆਨ ਨਾਲ ਪੜ੍ਹੋ ਕਿ ਸਟੇਟਮੈਂਟ 'ਚੋਂ ਪੁੱਛ ਕੀ ਰਿਹਾ, ਜੋ ਤੁਹਾਨੂੰ ਲਿਖਿਆ ਹੋਇਆ ਉਹਦੇ 'ਚ ਉਹਨੇ ਪੁੱਛਿਆ ਕੀ ਹੈ ਤੁਹਾਨੂੰ। ਪਹਿਲਾ ਹੈ ਗਣਿਤ ਦਾ, ਜਿਸ ਸੰਖਿਆ ਵਿੱਚ 7 ਦਹਾਈਆਂ ਨਹੀਂ ਹਨ ਉਸ ਉੱਤੇ ਸਹੀ ਦਾ ਨਿਸ਼ਾਨ ਲਗਾਓ। ਹੁਣ ਦੇਖੋ ਬੱਚੋ, ਇੱਥੇ ਉਹਨੇ ਕਿਹਾ 7 ਦਹਾਈਆਂ ਨਹੀਂ ਹਨ। ਆ ਕੀ ਬੋਲ ਰਿਹਾ? ਉਹ ਨਹੀਂ ਹਨ। ਉਹਨੇ ਨਹੀਂ ਬਾਰੇ ਗੱਲ ਕੀਤੀ ਹੈ ਇੱਥੇ। ਤਾਂ ਜਿਹੜਾ ਹੈਗਾ ਸਾਨੂੰ ਆ ਕਹਿ ਰਿਹਾ ਨਹੀਂ। ਤਾਂ ਜਦੋਂ 7, ਹੁਣ ਪਹਿਲੀ ਜਿਹੜੀ ਊੜੇ ਦੀ ਹੈ, ਊੜੇ 'ਚ 7 ਕਿਹਦੇ ਸਥਾਨ 'ਤੇ ਹੈ? ਇਕਾਈ ਦੇ ਸਥਾਨ 'ਤੇ 5 ਹੈ, ਦਹਾਈ ਦੇ ਸਥਾਨ 'ਤੇ 7 ਹੈ। ਆੜੇ ਦੇ ਵਿੱਚ ਵੀ ਦਹਾਈ ਦੇ ਸਥਾਨ 'ਤੇ ਵੀ 7 ਹੈ। ਈੜੀ 'ਚ ਇਹਦੇ 'ਚ ਵੀ ਦਹਾਈ ਸਥਾਨ 'ਚ 7 ਪਿਆ। ਹੁਣ ਸੱਸੇ 'ਚ ਦੇਖੋ, ਸੱਸੇ ਦੇ ਵਿੱਚ ਕੀ ਹੈ? ਦਹਾਈ ਦੇ ਸਥਾਨ 'ਤੇ ਕਿਹੜਾ ਅੰਕ ਹੈ? 9 ਹੈ। ਇਹਦਾ ਮਤਲਬ ਦਹਾਈ ਦੇ ਸਥਾਨ 'ਤੇ ਇੱਥੇ 7 ਨਹੀਂ ਹੈ। 7 ਇਕਾਈ ਦੇ ਸਥਾਨ 'ਤੇ ਹੈ ਅਤੇ ਸੈਂਕੜੇ ਦੇ ਸਥਾਨ 'ਤੇ ਹੈ। ਔਰ ਉਹਨੇ ਕੀ ਕਿਹਾ? ਦਹਾਈ 'ਤੇ ਨਾ ਹੋਵੇ। ਤਾਂ ਸੱਸਾ ਉੱਤਰ ਆ ਜਾਊਗਾ ਇਹਦਾ। ਅੱਗੇ ਹੈ ਰਮਨ ਕੋਲ ਖਿਡੌਣਾ ਕਾਰਾਂ ਹਨ। ਆ ਦੇਖੋ ਨੀਚੇ ਕਾਰਾਂ ਦਿੱਤੀਆਂ ਹੋਈਆਂ, ਇਹ ਖਿਡੌਣੇ ਨੇ। ਇੱਕ ਕਾਰ ਦੇ 4 ਪਹੀਏ ਹਨ। ਕਿੰਨੇ ਪਹੀਏ ਹਨ? 4 ਪਹੀਏ। ਦਿਖਾਈਆਂ ਸਾਰੀਆਂ ਕਾਰਾਂ ਦੇ ਕਿੰਨੇ ਪਹੀਏ ਹੋਣਗੇ? ਹੁਣ ਕਾਰ ਕਿੰਨੀਆਂ ਨੇ? ਦੇਖੋ 1 2 3 4 5, 5 ਕਾਰਾਂ ਨੇ। ਔਰ ਹਰ ਪਹੀਏ ਦੇ ਕਿੰਨੇ, ਹਰ ਕਾਰ ਦੇ ਕਿੰਨੇ ਪਹੀਏ ਨੇ? 4 ਪਹੀਏ ਨੇ। 5 ਕਾਰਾਂ ਨੇ, 4 ਗੁਣਾ ਆਪਾਂ 5 ਕਰ ਲਾਂਗੇ ਤਾਂ ਇਹ ਕਿੰਨਾ ਆ ਜਾਊਗਾ ਤੁਹਾਡੇ ਕੋਲੇ? 20 ਆ ਜਾਊਗਾ। ਤਾਂ ਤੁਹਾਡਾ ਉੱਤਰ ਕੀ ਹੋ ਗਿਆ? ਇਹਦਾ ਮਤਲਬ 20 ਉੱਤਰ ਆ ਗਿਆ। ਨੈਕਸਟ ਹੈ ਚਿੱਤਰ ਦੇਖ ਕੇ ਸੁਰਜੀਤ ਦੇ ਘਰ ਦਾ ਨੰਬਰ ਦੱਸੋ। ਹੁਣ ਸੁਰਜੀਤ ਦੇ ਘਰ ਦਾ ਆਪਾਂ ਨੇ ਇੱਥੇ ਨੰਬਰ ਦੱਸਣਾ ਹੈ। ਦੇਖੋ ਪਹਿਲਾ ਜਿਹੜਾ ਹੈਗਾ ਬਣਿਆ ਹੋਇਆ, ਇਹਦੇ 'ਚ ਚਿੱਤਰ ਵੇਖ ਕੇ ਸੁਰਜੀਤ ਦੇ ਘਰ ਦਾ ਨੰਬਰ ਦੱਸਣਾ ਹੈ ਤੁਸੀਂ। ਕਰਮਜੀਤ ਦਾ ਘਰ ਹੈ 600, ਕਿੰਨੇ ਬਣੇ ਹੋਏ ਆ ਇੱਥੇ? 675। ਹਰਜੀਤ ਦਾ ਘਰ ਹੈ, ਇਹਦੇ ਕਿੰਨੇ ਆ? 676। ਮਨਜੀਤ ਦਾ 677। ਇਹਦਾ ਮਤਲਬ ਗਿਣਤੀ ਚੱਲ ਰਹੀ ਹੈ ਇਹ। ਤਾਂ ਸੁਰਜੀਤ ਦੇ ਘਰ 'ਚ ਕਿੰਨਾ ਆ ਜਾਊਗਾ ਆਪਣੇ ਕੋਲੇ? 678। ਇਹ ਕਿੰਨਾ ਹੈ? 600। ਹੁਣ ਇੱਥੇ ਸ਼ਬਦਾਂ 'ਚ ਲਿਖਿਆ ਹੋਇਆ, ਪਹਿਲਾਂ ਲਿਖਿਆ ਹੋਇਆ 675, ਆੜੇ 'ਤੇ ਹੈ 878, ਈੜੀ 'ਤੇ ਹੈ 777, ਸੱਸੇ 'ਤੇ ਹੈਗਾ 678। ਤਾਂ ਇਹ ਆਪਣਾ ਇਹਦੇ ਨਾਲ ਮਿਲ ਰਿਹਾ, ਸੱਸੇ 'ਤੇ ਆਪਾਂ ਟਿਕ ਲਾ ਦਾਂਗੇ। ਤਾਂ ਆਪਣਾ ਜਿਹੜਾ ਹੈਗਾ ਗਣਿਤ ਦਾ ਕੁਐਸਚਨ ਇਹ ਵਾਲਾ ਹੋ ਗਿਆ ਤੀਸਰਾ। ਹੁਣ ਆ ਜਾਓ ਚੌਥੇ ਕੁਐਸਚਨ 'ਤੇ। ਚੌਥੇ ਕੁਐਸਚਨ 'ਚ ਇਹ ਕੀ ਬੋਲ ਰਿਹਾ? ਕੀ ਬਣੀ ਹੋਈ ਹੈ ਇਹ? ਇਹ ਤਾਂ ਸਾਰੇ ਬੱਚੇ ਖਾਂਦੇ ਆ ਨਾ, ਸਭ ਨੂੰ ਪਸੰਦ ਹੈ। ਹੁਣ ਗਰਮੀਆਂ ਵੀ ਚੱਲ ਰਹੀਆਂ, ਪਰ ਅੱਜ ਕੱਲ੍ਹ ਥੋੜ੍ਹਾ ਆਈਸਕ੍ਰੀਮ ਨੂੰ ਅਵੋਇਡ ਕਰੋ ਬੇਟੇ। ਤਾਂ ਹੁਣ ਇੱਕ ਆਈਸਕ੍ਰੀਮ ਹੈ, ਕੋਨ ਹੈ। ਕੋਨ ਦਾ ਮੁੱਲ 15 ਰੁਪਏ ਹੈ। ਕੋਨ ਵਾਲੀ ਆਈਸਕ੍ਰੀਮ ਹੈ ਇਹ, ਇਹਦਾ ਮੁੱਲ 15 ਰੁਪਏ ਹੈ। ਇਸ ਤਰ੍ਹਾਂ ਦੀਆਂ, ਹੁਣ ਇੱਥੇ ਬੇਟੇ ਦੇਖੋ ਕਿੰਨੀਆਂ ਨੇ, ਕਿੰਨੇ ਕੋਨ ਬਣਾਏ ਹੋਏ ਆ ਇਹਨਾਂ ਨੇ। ਇੱਕ ਮਿੰਟ, ਤਾਂ ਹੁਣ ਦਿਖ ਰਿਹਾ ਨਾ? ਹਾਂਜੀ। ਤਾਂ ਹੁਣ ਬੇਟੇ ਇਹਦੇ 'ਚ ਦੇਖੋ ਕਿੰਨੀਆਂ ਬਣੀਆਂ ਹੋਈਆਂ? 1 2 3, 3 ਬਣੀਆਂ ਹੋਈਆਂ ਆਈਸਕ੍ਰੀਮ। ਤਾਂ 3 ਇਹ ਆਈਸਕ੍ਰੀਮ ਖਰੀਦਣ ਲਈ ਤੁਸੀਂ ਕਿਹੜੇ ਕਰੰਸੀ ਨੋਟਾਂ ਦੀ ਵਰਤੋਂ ਕਰੋਗੇ? ਇੱਕ ਆਈਸਕ੍ਰੀਮ ਦਾ ਮੁੱਲ ਹੈਗਾ 15 ਰੁਪਏ। 3 ਆਈਸਕ੍ਰੀਮਾਂ ਦਾ ਮੁੱਲ ਕਿੰਨਾ ਹੋਊਗਾ? 15 ਗੁਣਾ 3 ਕਰ ਲਾਂਗੇ ਤਾਂ 15 ਤੀਏ। ਪਹਾੜਿਆਂ ਦਾ ਵੀ ਤੁਹਾਡਾ ਚੱਲ ਰਿਹਾ ਇਹ ਵਾਲਾ ਹਫਤਾ, ਤਾਂ 15 ਤੀਏ ਕਿੰਨਾ ਆ ਜਾਊਗਾ? 45। ਤਾਂ 15 ਤੀਏ ਆਪਾਂ 45। ਤਾਂ ਹੁਣ ਤੁਸੀਂ 45 ਇਹਦੇ 'ਚ ਦੇਖਣਾ ਹੈ
ਕਿੱਥੇ ਰੁਪਏ ਬਣ ਰਹੇ ਆ। ਪਹਿਲੇ ਦੇ ਵਿੱਚ 10 ਦਾ ਨੋਟ ਤੇ 5 ਦਾ ਨੋਟ। 10 ਤੇ 5 ਕਿੰਨੇ ਬਣੇ? 15 ਬਣੇ। ਆਪਾਂ ਨੂੰ ਤਾਂ 45 ਚਾਹੀਦੇ ਆ। ਇਹ ਜਿਹੜਾ ਹੈਗਾ ਉੱਤਰ ਸਹੀ ਨਹੀਂ ਹੈ। ਨੈਕਸਟ ਆ ਜਾਓ ਐੜੇ ਤੇ। ਐੜੇ 'ਚ ਕੀ ਹੈ? 20 ਰੁਪਏ ਦਾ ਨੋਟ ਹੈ, 10 ਦਾ ਨੋਟ ਹੈ, ਇੱਕ 5 ਦਾ ਨੋਟ ਹੈ। 20 ਤੇ 10 30, 30 ਤੇ 5 35। ਇਹਦਾ ਮਤਲਬ ਇਹ ਵੀ ਠੀਕ ਨਹੀਂ ਹੈ ਆਪਣਾ। ਨੈਕਸਟ ਆਪਾਂ ਦੇਖਦੇ ਹਾਂ ਈੜੀ ਦੇ ਉੱਪਰ। 20 ਦਾ ਨੋਟ ਹੈ, 10 ਦਾ ਨੋਟ ਹੈ, 10 20 ਤੇ 10 30 ਤੇ 10 40 ਤੇ 5 45। ਤੇ ਇਹਦਾ ਮਤਲਬ ਆਪਣਾ ਇਹ ਆਨਸਰ ਠੀਕ ਹੈ ਈੜੀ। ਆਪਾਂ ਈੜੀ ਤੇ ਨਿਸ਼ਾਨੀ ਲਾ ਦਾਂਗੇ। 45 ਰੁਪਏ ਬਣ ਗਏ ਨਾ ਇਹਦੇ 'ਚ। ਨੈਕਸਟ ਤੁਹਾਡਾ 5ਵਾਂ ਪ੍ਰਸ਼ਨ ਹੈ, ਸਕੂਲ ਵਿੱਚ 333 ਵਿਦਿਆਰਥੀ ਹਨ। ਸਕੂਲ ਵਿੱਚ ਇਹ ਯਾਦ ਰੱਖਣਾ ਹੈ ਕਿੰਨੇ ਵਿਦਿਆਰਥੀ ਨੇ ਤੁਹਾਡੇ? 333 ਵਿਦਿਆਰਥੀ, ਜਿਨ੍ਹਾਂ ਵਿੱਚੋਂ 163 ਕੁੜੀਆਂ ਹਨ। ਇਹ ਹੁਣ ਕੁੜੀਆਂ ਕਿੰਨੀਆਂ ਨੇ? 163। ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਹੈ? ਊੜੇ ਤੇ ਕੀ ਹੈ? ਕੁੜੀਆਂ ਤੇ ਮੁੰਡਿਆਂ ਦੀ ਗਿਣਤੀ ਬਰਾਬਰ ਹੈ? ਨਹੀਂ, ਬਰਾਬਰ ਤਾਂ ਹੈ ਨਹੀਂ। ਉਹਨਾਂ ਨੇ ਆਪਾਂ ਨੂੰ ਦਿੱਤਾ ਕੀ ਹੋਇਆ? 333 ਵਿਦਿਆਰਥੀ ਹਨ ਔਰ ਕੁੜੀਆਂ ਕਿੰਨੀਆਂ ਨੇ? ਹੁਣ ਆਪਾਂ ਜੇ ਲਈਏ 333 ਤਾਂ ਕੁੱਲ ਵਿਦਿਆਰਥੀ ਨੇ, ਉਹਨਾਂ 'ਚੋਂ 163 ਹੈਗੀਆਂ ਕੁੜੀਆਂ, ਤਾਂ ਜਿਹੜੇ ਬਾਕੀ ਰਹਿ ਗਏ ਉਹ ਕੀ ਹੋਣਗੇ? ਮੁੰਡੇ ਹੋਣਗੇ। ਇਹਦਾ ਮਤਲਬ ਆਪਾਂ ਘਟਾਓ ਜੇ ਕਰ ਦਈਏ ਤਾਂ ਆਪਣੇ ਕੋਲ ਮੁੰਡਿਆਂ ਦੀ ਗਿਣਤੀ ਆ ਜਾਊਗੀ। 3 'ਚੋਂ 3 ਗਏ 0। ਇੱਥੇ ਜਿਹੜਾ ਹੈਗਾ ਹੁਣ ਮੈਨੂੰ ਪਤਾ ਹੈ ਤੁਹਾਨੂੰ ਸਾਰਿਆਂ ਨੂੰ ਘਟਾਓ ਵੀ ਆਉਂਦੀ ਹੈ ਨਾ। ਇੱਥੇ 2 ਰਹਿ ਜਾਣਗੇ ਆਪਣੇ ਕੋਲ। 3 ਇੱਥੋਂ ਇੱਕ ਦਹਾਈ ਲੈ ਲੂਗਾ ਤਾਂ 13 ਹੋ ਗਏ। 13 'ਚੋਂ 6 ਕੱਢੇ 7 ਆ ਜਾਊਗਾ। ਇੱਥੇ 2 'ਚੋਂ 1 ਗਏ 1। ਤਾਂ ਇਹਦਾ ਮਤਲਬ ਸਾਡੇ ਕੋਲੇ ਮੁੰਡਿਆਂ ਦੀ ਗਿਣਤੀ ਕਿੰਨੀ ਆ ਗਈ? 170 ਔਰ ਕੁੜੀਆਂ ਦੀ ਗਿਣਤੀ 163। ਤਾਂ ਮੁੰਡਿਆਂ ਦੀ ਗਿਣਤੀ ਸਾਡੇ ਕੋਲ ਜ਼ਿਆਦਾ ਹੈ। ਕੁੜੀਆਂ ਦੀ ਗਿਣਤੀ ਐੜੇ 'ਚ ਕੀ ਕਹਿੰਦਾ ਉਹ? ਕੁੜੀਆਂ ਦੀ ਗਿਣਤੀ ਮੁੰਡਿਆਂ ਦੀ ਗਿਣਤੀ ਤੋਂ ਵੱਧ ਹੈ। ਇਹ ਤਾਂ ਗਲਤ ਹੈ। ਕੁੜੀਆਂ ਦੀ ਗਿਣਤੀ ਤਾਂ 163 ਹੈ, ਮੁੰਡਿਆਂ ਦੀ ਹੈਗੀ 170। ਤਾਂ ਈੜੀ ਤੇ ਕਹਿੰਦਾ ਕੁੜੀਆਂ ਦੀ ਗਿਣਤੀ ਮੁੰਡਿਆਂ ਦੀ ਗਿਣਤੀ ਤੋਂ ਘੱਟ ਹੈ। ਇਹ ਠੀਕ ਹੈ। ਤਾਂ ਆਪਾਂ ਈੜੀ ਦੇ ਉੱਪਰ ਨਿਸ਼ਾਨੀ ਸਹੀ ਦੀ ਲਗਾ ਦਾਂਗੇ। ਤਾਂ ਆਪਣਾ ਬੇਟੇ ਪੈਸ ਦਾ ਗਣਿਤ ਦਾ ਵੀ ਹੋ ਗਿਆ। ਇਹ ਆਪਾਂ ਅੱਜ 18 ਤਰੀਕ ਦਾ ਕਰ ਰਹੇ ਹਾਂ। ਹੁਣ ਚਲੋ ਆਪਾਂ ਇੰਗਲਿਸ਼ ਦਾ ਕਰਦੇ ਹਾਂ। ਸੇਮ ਉਵੇਂ ਹੀ ਆਪਾਂ ਇੰਗਲਿਸ਼ ਦਾ ਵੀ ਪੈਰਾ ਦਿੱਤਾ ਹੋਇਆ, ਕੋਈ ਘਬਰਾਉਣ ਦੀ ਗੱਲ ਨਹੀਂ। ਸਾਰਾ ਕੁਝ ਆਪਾਂ ਨੂੰ ਪੈਰੇ 'ਚੋਂ ਹੀ ਮਿਲ ਜਾਣਾ। ਜਿਵੇਂ ਆਪਾਂ ਪੰਜਾਬੀ ਦਾ ਕੀਤਾ ਸੇਮ ਉਸੇ ਪੈਟਰਨ ਦੇ ਉੱਪਰ ਆਪਾਂ ਇੰਗਲਿਸ਼ ਵੀ ਕਰਾਂਗੇ। ਇੰਗਲਿਸ਼ 'ਚ ਸਭ ਤੋਂ ਪਹਿਲਾਂ ਉੱਪਰ ਦੇਖੋ ਬੇਟੇ, ਜਿਹੜੀ ਰੈੱਡ ਲਾਈਨ ਜਿਹੜਾ ਦੇਖੋ ਆਹ ਰੈੱਡ ਹੈ, ਰੈੱਡ ਲਾਈਨ ਦੇ ਵਿੱਚ ਲਿਖਿਆ ਹੋਇਆ ਹੈ ਤੁਹਾਡਾ ਰੀਡ ਦਾ ਪੈਸੇਜ, ਰੀਡ ਦਾ ਗਿਵਨ ਪੈਸੇਜ ਐਂਡ ਆਨਸਰ ਦਾ ਫੋਲੋਇੰਗ ਕੁਐਸਚਨਸ। ਮਤਲਬ ਤੁਸੀਂ ਆਹ ਪੈਸੇਜ ਨੂੰ ਪੜ੍ਹਨਾ ਹੈ, ਉਸ ਤੋਂ ਬਾਅਦ ਫਿਰ ਕੁਐਸਚਨਸ ਦੇ ਆਨਸਰ ਦੇਣੇ ਆ। ਤਾਂ ਹੁਣ ਇਹਦੇ 'ਚ ਕੁਐਸਚਨ ਦੇਖੋ, ਆਪਾਂ ਪੈਰਾ ਪੜ੍ਹਦੇ ਹਾਂ। ਵਨ ਡੇ ਪੋਪੀ ਐਂਡ ਟਿੰਕੂ ਵੈਂਟ ਟੂ ਦਾ ਪਾਰਕ ਵਿਦ ਮੰਮੀ। ਇੱਕ ਦਿਨ ਕੌਣ? ਪੋਪੀ ਤੇ ਟਿੰਕੂ ਪਾਰਕ ਗਏ ਮੰਮੀ ਦੇ ਨਾਲ। ਦੇ ਟੁਕ ਅ ਪਿਕਨਿਕ ਬਾਸਕਟ ਵਿਦ ਲੋਟਸ ਆਫ ਥਿੰਗਸ ਟੂ ਈਟ। ਕੀ ਲਿਆ ਹੋਇਆ ਸੀ ਉਹਨਾਂ ਨੇ? ਪਿਕਨਿਕ ਵਾਲੀ ਬਾਸਕਟ। ਵਿੱਚੋਂ ਜੋ ਚੀਜ਼ਾਂ ਤੁਹਾਨੂੰ ਥੋੜ੍ਹੀਆਂ ਲੱਗਦੀਆਂ ਨਾ, ਨਾਲ ਦੀ ਨਾਲ ਬੱਚੋ ਟਿਕ ਕਰਦੇ ਜਾਇਆ ਕਰੋ। ਪਿਕਨਿਕ ਬਾਸਕਟ ਲਈ ਉਹਨਾਂ ਨੇ ਕਾਫੀ ਕੁਝ ਸੀ ਉਹਦੇ ਖਾਣ ਨੂੰ। ਫਰਸਟ ਦੇ ਵੈਂਟ ਟੂ ਦਾ ਪੌਂਡ। ਕਿੱਥੇ ਗਏ ਉਹ? ਪੌਂਡ। ਦ ਡਕਸ ਵਰ ਹੈਪੀ ਟੂ ਸੀ ਦੈਮ। ਕੌਣ ਖੁਸ਼ ਹੋਇਆ ਉਹਨਾਂ ਨੂੰ ਦੇਖ ਕੇ? ਡਕਸ। ਦੇ ਫੈਡ ਬ੍ਰੈਡ ਟੂ ਦਾ ਡਕਸ। ਤਾਂ ਹੁਣ ਡਕਸ ਨੂੰ ਉਹਨਾਂ ਨੇ ਕੀ ਦਿੱਤਾ? ਬ੍ਰੈਡ ਦਿੱਤੀ। ਦੈਨ ਦੇ ਵੈਂਟ ਟੂ ਦਾ ਪਲੇਗਰਾਊਂਡ। ਉਹ ਕਿੱਥੇ ਗਏ? ਪਲੇਗਰਾਊਂਡ। ਹੁਣ ਬੇਟੇ ਇਹ ਵੀ ਧਿਆਨ ਰੱਖਣਾ ਸੀ ਦੇ ਕਿਹਨਾਂ ਵਾਸਤੇ ਯੂਜ਼ ਕਰ ਰਹੇ ਹਾਂ? ਪੋਪੀ, ਟਿੰਕੂ ਤੇ ਮੰਮੀ ਲਈ। ਹੁਣ ਤਿੰਨੋਂ ਵਰਡਸ ਆਪਾਂ ਬਾਰ-ਬਾਰ ਨਹੀਂ ਪੈਰੇ ਦੇ ਵਿੱਚ ਯੂਜ਼ ਕਰਾਂਗੇ। ਟਿੰਕੂ ਸੌ ਹਿਜ਼ ਫਰੈਂਡ ਮੈਰੀ ਔਨ ਦਾ ਸੀਸੌ। ਸੀਸੌ ਦੇ ਉੱਪਰ ਟਿੰਕੂ ਨੇ ਕਿਹਨੂੰ ਦੇਖਿਆ? ਉਹਦੇ ਫਰੈਂਡ ਮੈਰੀ ਨੂੰ। ਠੀਕ ਹੈ, ਸੀਸੌ ਦੇ ਉੱਪਰ। ਹੀ ਰੈਨ ਟੂ ਮੀਟ ਹਰ ਐਂਡ ਦੇ ਆਲ ਪਲੇਡ ਹੈਪੀਲੀ। ਤਾਂ ਭੱਜਿਆ, ਕੌਣ ਭੱਜਿਆ? ਟਿੰਕੂ। ਰੈਨ ਟੂ ਮੀਟ ਹਰ, ਤਾਂ ਇੱਥੇ ਦੇਖੋ ਹੀ ਯੂਜ਼ ਕੀਤਾ। ਇਟ ਮੀਨਸ ਇੱਕ ਜਾਣਾ ਹੀ ਭੱਜਿਆ, ਸਾਰੇ ਨਹੀਂ ਭੱਜੇ। ਤਾਂ ਕੌਣ ਹੈ ਉਹ ਭੱਜਣ ਵਾਲਾ? ਟਿੰਕੂ। ਟਿੰਕੂ ਭੱਜਿਆ
ਉਹਨੂੰ ਮਿਲਣ ਵਾਸਤੇ, ਪਰ ਖੇਲੇ ਉਹ ਸਾਰੇ। ਦੇ ਆਲ ਪਲੇਡ ਹੈਪੀਲੀ। ਤਾਂ ਹੁਣ ਫਸਟ ਹੈ, ਹੂ ਵੈਂਟ ਟੂ ਦਾ ਪਾਰਕ। ਕੌਣ ਗਿਆ ਪਾਰਕ ਦੇ ਉੱਪਰ? ਕੌਣ ਗਿਆ ਸੀ ਪਾਰਕ 'ਚ? ਪੌਪੀ। ਏ ਦੇ ਉੱਪਰ ਪੌਪੀ ਹੈ, ਬੀ ਦੇ ਉੱਪਰ ਟਿੰਕੂ ਹੈ, ਸੀ ਤੇ ਮੰਮੀ ਹੈ, ਡੀ ਤੇ ਆਲ ਆਫ them। ਤਾਂ ਇਹਦੇ 'ਚ ਆਪਾਂ ਸਟਾਰਟਿੰਗ ਦੇ ਵਿੱਚ ਪੜ੍ਹਿਆ ਸੀਗਾ, ਸ਼ੁਰੂ 'ਚ ਪੜ੍ਹਿਆ ਸੀ ਨਾ, one day Poppy and Tinku went to the park with mummy। ਤਾਂ ਸਾਰੇ ਗਏ ਸੀਗੇ, ਪੌਪੀ ਵੀ ਗਈ ਸੀ, ਟਿੰਕੂ ਵੀ ਗਿਆ ਸੀ, ਮੰਮੀ ਵੀ ਗਈ ਸੀ। all of them, ਡੀ ਆਪਸ਼ਨ ਹੈਗਾ all of them, ਸਾਰੇ ਗਏ ਸੀਗੇ, ਤਾਂ ਅਸੀਂ ਡੀ ਦੇ ਉੱਪਰ ਟਿਕ ਲਗਾ ਦਾਂਗੇ। ਸੈਕਿੰਡ ਕੁਐਸਚਨ ਹੈ, what did they take with them? what did they, ਦੇ ਕੌਣ ਨੇ? ਉਹ ਤਿੰਨੋਂ ਜਾਣੇ, ਪੌਪੀ, ਟਿੰਕੂ ਤੇ ਉਹਨਾਂ ਦੀ ਮੰਮੀ। ਉਹ ਕੀ ਲੈ ਕੇ ਗਏ ਆਪਣੇ ਨਾਲ? ਪਿਕਨਿਕ ਬਾਸਕਟ। ਇਹਦੇ 'ਚ ਆਇਆ ਸੀਗਾ ਦੇ ਟੁੱਕ ਅ ਪਿਕਨਿਕ ਬਾਸਕਟ। ਤਾਂ ਪਿਕਨਿਕ ਬਾਸਕਟ ਦੇ ਉੱਪਰ ਟਿਕ ਲੱਗ ਜੂਗਾ। ਬੀ ਪਰਸ ਹੈ, ਸੀ ਤੇ ਉੱਪਰ ਬੁੱਕ ਹੈ, ਔਰ ਡੀ ਦੇ ਉੱਪਰ ਕਲੋਥਸ ਹੈ। ਤਾਂ ਇਹਦਾ ਮਤਲਬ ਇਹਦਾ ਆਨਸਰ ਜਿਹੜਾ ਹੈਗਾ ਅਸੀਂ ਪਿਕਨਿਕ ਬਾਸਕਟ ਦੇ ਉੱਪਰ ਟਿਕ ਲਗਾ ਦਾਂਗੇ। ਪਿਕਨਿਕ ਬਾਸਕਟ ਨੂੰ ਅਸੀਂ ਟਿਕ ਕਰ ਦਾਂਗੇ। ਦੇ ਫੈਡ ਡੈਸ਼ ਟੂ ਦਾ ਡਕਸ। ਅੱਛਾ, ਹੁਣ ਆਪਣਾ ਇਹ ਸਟਾਰਟਿੰਗ ਜਦੋਂ ਪੈਰਾ ਪੜਿਆ ਸੀ ਆਪਾਂ ਟਿਕ ਲਗਾਈ ਸੀ। ਦੇ ਫੈਡ, ਉਹਨਾਂ ਨੇ ਡਕਸ ਨੂੰ ਕੀ ਦਿੱਤਾ ਸੀਗਾ? ਦੇ ਫੈਡ ਬ੍ਰੈਡ। ਦੇ ਫੈਡ ਬ੍ਰੈਡ ਟੂ ਦਾ ਡਕਸ। ਤਾਂ ਦੇਖੋ ਸਾਰੇ ਆਨਸਰ ਤੁਹਾਡੇ ਪੈਰੇ 'ਚ ਹੀ ਮਿਲ ਰਹੇ ਆ ਨਾ, ਤਾਂ ਇਹਦਾ ਮਤਲਬ ਦੇ ਫੈਡ ਬ੍ਰੈਡ ਤੇ ਟਿਕ ਲਗਾ ਦਾਂਗੇ। ਨੈਕਸਟ ਹੈ, ਰਾਈਟ ਦਾ ਪਲੂਰਲ ਆਫ ਡਕ। ਪਲੂਰਲ ਹੁੰਦਾ ਜ਼ਿਆਦਾ, ਸਿੰਗੂਲਰ ਹੁੰਦਾ ਇੱਕ ਵਾਸਤੇ। ਤਾਂ ਹੁਣ ਸਿੰਗੂਲਰ ਡਕ ਤਾਂ ਸਿੰਗੂਲਰ ਹੈ, ਇਹਦਾ ਪਲੂਰਲ ਪੁੱਛਿਆ ਵੀ ਜੇ ਜ਼ਿਆਦਾ ਹੋਣ ਤਾਂ ਅਸੀਂ ਉਹਦੇ ਡਕ ਦੇ ਪਿੱਛੇ ਐਸ ਲਗਾ ਦਿੰਦੇ ਹਾਂ, ਇਕੱਲਾ ਡਕਸ। ਪਰ ਇਹਦੇ ਉੱਪਰ ਈ ਵੀ ਲਗਾਇਆ ਹੋਇਆ ਹੈ, ਇਹ ਗਲਤ ਆਪਸ਼ਨ ਹੈ। ਬੀ ਦੇ ਉੱਪਰ ਡਕ ਦਾ ਪਲੂਰਲ ਡਕ ਨਹੀਂ ਹੁੰਦਾ, ਡਕ ਦਾ ਪਲੂਰਲ ਡਕਸ। ਪੰਜਵੇਂ ਤੇ ਹੈ, ਚੂਜ਼ ਦਾ ਕਰੈਕਟ ਪ੍ਰੋਨਾਊਨ ਫॉर ਪੌਪੀ ਐਂਡ ਟਿੰਕੂ। ਹੁਣ ਪ੍ਰੋਨਾਊਨ ਅਸੀਂ ਯੂਜ਼ ਕਰਨਾ ਹੈ, ਤਾਂ ਬੇਟਾ ਪ੍ਰੋਨਾਊਨ ਜੋ ਹੁੰਦਾ ਹੈ, ਜੋ ਨਾਊਨ ਦੀ ਜਗ੍ਹਾ 'ਤੇ ਅਸੀਂ ਯੂਜ਼ ਕਰਦੇ ਹਾਂ ਉਹਨੂੰ ਪ੍ਰੋਨਾਊਨ ਕਹਿੰਦੇ ਹਾਂ। ਤਾਂ ਹੁਣ ਪੌਪੀ ਐਂਡ ਟਿੰਕੂ ਦੋ ਜਾਣੇ ਹੈ, ਦੋ ਜਾਣਿਆਂ ਵਾਸਤੇ ਅਸੀਂ ਹੀ, ਇਹ ਆਪਸ਼ਨ ਹੈਗੀ ਹੀ, ਐਚ ਹੀ ਤਾਂ ਨਹੀਂ ਅਸੀਂ ਯੂਜ਼ ਕਰਦੇ, ਹੀ ਅਸੀਂ ਸਿੰਗੂਲਰ ਵਾਸਤੇ ਯੂਜ਼ ਕਰਦੇ ਹਾਂ। ਬੀ ਹਿਜ਼ ਵੀ ਨਹੀਂ ਇੱਥੇ ਆਉਣਾ, ਦੈਮ ਵੀ ਨਹੀਂ ਆਏਗਾ, ਇੱਥੇ ਕੀ ਆਊਗਾ? ਦੇ। ਤਾਂ ਅਸੀਂ ਦੇ ਯੂਜ਼ ਕਰਾਂਗੇ। ਤਾਂ ਇਸ ਤਰੀਕੇ ਨਾਲ ਤੁਹਾਡਾ ਦੇਖੋ ਇੰਗਲਿਸ਼ ਦਾ ਕੰਮ ਸਾਰਾ ਪੈਰੇ 'ਚੋਂ ਸੀ। ਇਹਦਾ ਮਤਲਬ ਤੁਹਾਡਾ ਸਾਰਾ ਸਮਝਣ ਆਧਾਰਿਤ ਹੈ, ਕੁਝ ਵੀ ਤੁਸੀਂ ਯਾਦ ਕਰਨ ਵਾਲੀ ਗੱਲ ਨਹੀਂ ਹੈ। ਅਸੀਂ ਪੈਰੇ ਨੂੰ ਪੜ੍ਹਿਆ, ਪੈਰੇ 'ਚੋਂ ਹੀ ਸਾਨੂੰ ਸਾਰੇ ਆਨਸਰ ਮਿਲ ਗਏ। ਚਲੋ ਹੁਣ ਆਪਾਂ ਨੈਕਸਟ ਪੈਸ 2020 ਹਿੰਦੀ ਵਿਸ਼ੇ ਕਰਾਂਗੇ। ਹਿੰਦੀ ਦੇ ਵਿੱਚ ਉਵੇਂ ਹੀ ਬੇਟੇ ਆਪਾਂ ਸੇਮ ਇੰਗਲਿਸ਼ 'ਚ ਵੀ ਕੀਤਾ, ਪੰਜਾਬੀ 'ਚ ਵੀ ਕੀਤਾ, ਉਹੀ ਸੇਮ ਪੈਟਰਨ ਅਸੀਂ ਇੱਥੇ ਕਰਾਂਗੇ। ਧਿਆਨ ਨਾਲ ਅਸੀਂ ਪਹਿਲਾਂ ਪੈਰੇ ਨੂੰ ਪੜਾਂਗੇ, ਫਿਰ ਪੈਰੇ 'ਚੋਂ ਹੀ ਪ੍ਰਸ਼ਨਾਂ ਦੇ ਉੱਤਰ ਦੇਣੇ। हिंदी दा है पैरा अपना। एक गांव में मीरा नाम की लड़की रहती थी। वह बहुत मेहनती थी। रोज़ाना वह अपनी सहेली सीमा के साथ जंगल में बकरियां चराने जाती थी। वहाँ उनकी दूसरी सहेलियाँ कमला और गीता भी उनके साथ मिल जाती। एक दिन मीरा को बहुत प्यास लगी। दूर दूर तक उसे पानी नहीं दिखाई दे रहा था। अचानक उसे पानी का एक नल नज़र आया। वह भागकर वहाँ पहुँची, पर वह नल सूखा था, वहाँ पानी नहीं था। कुछ दूरी पर उसे एक कुआं नज़र आया। क्या नज़र आया उसको? कुआं। परंतु वहाँ भी उसे पानी ना मिला, उसको पानी नहीं मिला। पहले नल पे भी नहीं मिला, बाद में कुएं पे भी नहीं मिला। वह हताश होकर एक पेड़ के नीचे बैठ गई। हताश मतलब अब देखो, पहले उसने नल में देखा, वहाँ भी पानी नहीं, कुएं में भी पानी नहीं, उसको लगा कि पानी मिल ही नहीं रहा मुझे। हताश उसको बोल देते हैं। वह हताश होकर किसके नीचे बैठ गई? एक पेड़ के नीचे बैठ गई कि तभी कमला जोर से चिल्लाई, मीरा, नदी। नदी का नाम सुनते ही मीरा की आंखों में चमक आ गई।
खुशी, खुश हो गई ना वो पानी से, क्योंकि उसको तो प्यास बहुत लगी थी। क्योंकि हमने ऊपर पढ़ा, वो मेहनती तो थी पर जंगल में काम करते हुए तो प्यास लगती है ना। वह भागकर वहाँ पहुँची और पानी पीकर अपनी प्यास बुझाई। तो अब उसने पानी कहाँ से पिया था? नदी। और नदी को किसने देखकर बुलाया था मीरा को? कमला। तो नीचे हम निम्नलिखित प्रश्नों के उत्तर दें। तो ये लिखा हुआ है निम्नलिखित प्रश्नों के उत्तर दें। प्रश्न पहला है, ये कहानी किसके बारे में है? तो ये तो हमें पता चल ही गया किसके बारे में बता रहे हैं, वो मीरा के बारे में सारी कहानी में बताया गया। तो यहाँ पे क पे क्या है ऑप्शन आपकी? पानी। ख पे गीता। ग पे सीमा। घ पे मीरा। तो इसकी सही ऑप्शन मीरा है। ठीक है, तो हम मीरा पे टिक लगा देंगे। आगे है, मीरा नदी, ये वाक्य किसने कहा? तो ये भी हमने यहाँ पे पढ़ा था अभी। कौन चिल्लाया था? कमला चिल्लाई थी जोर से, मीरा नदी। तो यहाँ पे किसने बोला था ये? कमला ने। ग ऑप्शन पे लिखा हुआ है कमला ने, तो ग को लगा देंगे हम निशानी। नेक्स्ट है, मीरा हताश क्यों हो गई? क्योंकि बहुत गर्मी थी। ख पे है क्योंकि उसे पानी नहीं मिल रहा था। ग पे क्योंकि वह थक गई थी। घ पे क्योंकि वह बहुत मेहनती थी। हताश क्यों हुई थी वो? क्योंकि उसे पानी नहीं मिल रहा था। पहले वो नल पे गई, कुएं पे, सारी जगह पानी नहीं मिल रहा था ना, क्योंकि उसे पानी नहीं मिल रहा था। तो इसकी सही ऑप्शन क्या है? ख। प्रश्न 4, थक कर मीरा कहाँ बैठी? ये भी हमने ऊपर पढ़ा था उसमें पैरे में। थक कर मीरा कहाँ बैठ गई थी? कुछ दूरी पर उसे, जैसे देखो, वह हताश होकर पेड़ के नीचे बैठ गई। यहाँ पे हमने पढ़ा था ना, पेड़ के नीचे बैठ गई। तो इसमें देखो अब ऑप्शन में क्या है? नल के पास बैठी थी थक कर। फोर्थ प्रश्न कर रहे हैं हम। चौथा प्रश्न, कुएं के पास, नदी के पास या पेड़ के नीचे? तो किसके नीचे बैठी थी वो? पेड़ के नीचे। पांचवा प्रश्न है, मीरा की आंखों में चमक आ गई। वाक्य में आंखों में चमक आने का अर्थ क्या है? किसको देख के उसके पानी में आंखों में चमक आ गई थी? पानी को देखकर। तो पानी को देखकर वो खुश हो गई थी, तो इसका मतलब आंखों में चमक आना खुश होना है। तो इसमें ऑप्शन में क्या क्या दिया हुआ है हमें? क पे दिया है आंखों की रोशनी बढ़ना। ख पे बहुत गर्मी लगना। ग पे बहुत खुश होना। घ पे आंखों में तेज धूप का पड़ना। तो इसमें बहुत खुश होना ऑप्शन है। तो आगे हमारा जो विषय है वातावरण सिक्ख्या। तो हुण आपां करांगे बच्चों पैस 2020 वातावरण सिक्ख्या। ये जिहड़ा हैगा आपां वातावरण सिक्ख्या करना है हुण। पहला प्रश्न है, हेठ दित्तियां विचों किहड़ा जोड़ा ढुकवां नहीं है? आपां ने किहड़ा जोड़ा दसना है जो ढुकवां नहीं है। ऊड़े ते है आलू सब्जी, आलू सब्जी है। ऐड़े ते है गुलाब फुल, ये भी ठीक है। ईड़ी दे उपर है कणक फल, कणक फल नहीं हुंदा गा, कणक वैसे अनाज हुंदा। सस्से ते है जीरा मसाला। आपां ने वो क्या ढुकवां नहीं है, तो नहीं किहड़ा नहीं? ईड़ी। कणक जिहड़ा हैगा फल नहीं है। सैकेंड, हुणे बच्चों तुहानूं सारिਆਂ ਨੂੰ तस्वीर दिख रही है? ਇਹ ਵਾਲਾ ਤੁਸੀਂ ਪੜਿਆ ਵੀ ਹੈ, ਦੇਖਿਆ ਵੀ ਹੋਊਗਾ ਪੇੜਾਂ ਦੇ ਉੱਪਰ। ਇਹ ਦੇਖੋ ਆਲਣਾ ਦਿਖ ਰਿਹਾ ਸਾਰਿਆਂ ਨੂੰ, ਪੰਛੀ ਵੀ ਬੈਠਾ ਹੈ। ਤਾਂ ਹੁਣ ਇਹ ਪ੍ਰਸ਼ਨ ਦੇ ਵਿੱਚ ਦੇਖੋ ਕੀ ਪੁੱਛਿਆ ਗਿਆ, ਤਸਵੀਰ ਵਿੱਚ ਦਿਖਾਈ ਦੇਣ ਵਾਲਾ ਪੰਛੀ ਕਿਹੜਾ ਹੈ? ਉਹ ਪੁੱਛ ਰਿਹਾ ਹੈ ਤਸਵੀਰ ਦੇ ਵਿੱਚ ਦਿਖਾਈ ਦੇਣ ਵਾਲਾ ਪੰਛੀ, ਇਹ ਪੰਛੀ ਪੁੱਛਿਆ ਇਹਨਾਂ ਨੇ ਕਿਹੜਾ ਹੈ। ਤਾਂ ਨੀਚੇ ਆਪਸ਼ਨ 'ਚ ਕੀ ਹੈ? ਬਿਜੜਾ ਊੜੇ ਤੇ, ਐੜੇ ਤੇ ਚਿੜੀ, ਈੜੀ ਤੇ ਕੋਇਲ, ਸੱਸੇ ਤੇ ਕਬੂਤਰ। ਇਹ ਤਾਂ ਸਾਨੂੰ ਪੰਛੀ ਨੂੰ ਦੇਖ ਕੇ ਤੇ ਇਹਦੇ ਆਲਣੇ ਨੂੰ ਦੇਖ ਕੇ ਵੀ ਪਤਾ ਚੱਲ ਰਿਹਾ ਕੌਣ ਹੈ ਇਹ? ਬਿਜੜਾ ਹੈ। ਵੈਰੀ ਗੁੱਡ। तीसरा प्रश्न है,
ਤਸਵੀਰ ਵਿੱਚ ਦਿਖਾਈ ਦੇ ਰਹੀ ਲਿਪੀ ਕਿਸ ਵਰਗ ਨਾਲ ਸੰਬੰਧਿਤ ਹੈ? ਤੇ ਬੇਟੇ ਦੇਖੋ ਧਿਆਨ ਨਾਲ, ਸਾਰਿਆਂ ਨੂੰ ਆਪਾਂ ਨੂੰ ਇਹ ਦਿਖ ਰਿਹਾ ਉਂਗਲ ਰੱਖੀ ਹੋਈ ਹੈ, ਜਿਹੜੇ ਅੱਖਰ ਹੈ ਉੱਭਰੇ ਹੋਏ ਆ, ਤੇ ਇਹ ਨੀਚੇ ਲਿਖਿਆ ਵੀ ਹੋਇਆ ਹੈ ਇਹਨਾਂ ਨੇ, ਆ ਦੇਖੋ ਬ੍ਰੇਲ ਲਿਪੀ ਦੀਆਂ ਉਕਰੀਆਂ ਹੋਈਆਂ ਬਿੰਦੀਆਂ। ਇਹ ਕੀ ਨੇ? ਬ੍ਰੇਲ ਲਿਪੀ ਦੀਆਂ ਉਕਰੀਆਂ ਹੋਈਆਂ, ਇਹ ਜਿਹੜਾ ਬਾਕਸ ਦੇ ਵਿੱਚ ਤੁਹਾਨੂੰ ਦੇ ਰੱਖਿਆ ਹੈਗਾ ਕੀ ਹੈ ਇਹ? ਉਕਰੀਆਂ ਹੋਈਆਂ ਬਿੰਦੀਆਂ। ਠੀਕ ਹੈ, ਤਾਂ ਇਹ ਜਿਹੜਾ ਹੈਗਾ ਉਹਨਾਂ ਨੇ ਪੁੱਛਿਆ ਤੁਹਾਨੂੰ ਕਿਸ ਵਰਗ ਦੀ ਹੈ ਇਹ ਵਾਲੀ ਲਿਪੀ, ਬ੍ਰੇਲ ਲਿਪੀ। ਊੜੇ ਤੇ ਹੈ ਨੇਤਰਹੀਨ ਵਰਗ ਨਾਲ, ਇਹ ਬ੍ਰੇਲ ਲਿਪੀ ਨੇਤਰਹੀਨ ਵਰਗ ਨਾਲ ਸੰਬੰਧਿਤ ਹੈ ਕੀ? ਐੜੇ ਤੇ ਹੈ ਮਾਨਸਿਕ ਤੌਰ ਤੇ ਕਮਜ਼ੋਰ ਬੱਚਿਆਂ ਨਾਲ, ਈੜੀ ਤੇ ਹੈ ਸੁਣਨ ਵਿੱਚ ਅਸਮਰਥ ਵਰਗ ਨਾਲ, ਸੱਸੇ ਤੇ ਹੈ ਬੋਲਣ ਵਿੱਚ ਅਸਮਰਥ ਵਰਗ ਨਾਲ। ਤੇ ਕਿਹਦੇ ਨਾਲ ਸੰਬੰਧਿਤ ਹੈ ਇਹ? ਨੇਤਰਹੀਨ ਵਰਗ ਨਾਲ। ਜਿਨ੍ਹਾਂ ਨੂੰ ਨਹੀਂ ਦਿਖਦਾ ਉਹੀ ਛੂ ਕੇ ਪੜ੍ਹਦੇ ਹੈ, ਤਾਂ ਇਹ ਬ੍ਰੇਲ ਲਿਪੀ ਕਿਹਨਾਂ ਵਾਸਤੇ ਵਰਤੀ ਜਾਂਦੀ ਹੈ? ਨੇਤਰਹੀਨ ਵਰਗ ਨਾਲ। ਪ੍ਰਸ਼ਨ 4 ਹੈ, ਜਗਜੀਤ ਸੁਣਨ ਅਤੇ ਬੋਲਣ ਤੋਂ ਅਸਮਰਥ ਬੱਚਾ ਹੈ। ਜਗਜੀਤ ਕਿਤੋਂ ਹੈ? ਸੁਣਨ ਅਤੇ ਬੋਲਣ, ਮਤਲਬ ਉਹਨੂੰ ਬੋਲਣਾ ਤੇ ਸੁਣਨਾ ਅਸਮਰਥ ਹੈ, ਨਾ ਉਹ ਸੁਣ ਸਕਦਾ ਨਾ ਉਹ ਬੋਲ ਸਕਦਾ। ਸਾਨੂੰ ਇਸ ਤਰ੍ਹਾਂ ਦੇ ਬੱਚਿਆਂ ਨਾਲ ਡੈਸ਼ ਚਾਹੀਦਾ ਹੈ। ਕੀ ਕਰਨਾ ਚਾਹੀਦਾ? ਊੜੇ ਤੇ ਹੈ ਤੋਂ ਦੂਰੀ ਬਣਾ ਕੇ ਰਹਿਣਾ ਚਾਹੀਦਾ, ਜਿਹੜੇ ਬੋਲ ਸੁਣ ਨਹੀਂ ਸਕਦੇ। ਐੜੇ ਤੇ ਹੈ ਮਜ਼ਾਕ ਉਡਾਉਣਾ, ਉਹਨਾਂ ਦਾ ਮਜ਼ਾਕ ਉਡਾਉਣਾ ਚਾਹੀਦਾ ਸਾਨੂੰ, ਨਹੀਂ ਇਹ ਵੀ ਗਲਤ ਹੈ। ਈੜੀ ਤੇ ਹੈ ਨਾਲ ਮਿਲ ਜੁਲ ਕੇ ਸਹਿਯੋਗੀ ਬਣ ਕੇ ਰਹਿਣਾ, ਸਾਨੂੰ ਉਹਨਾਂ ਦੇ ਨਾਲ ਸਹਿਯੋਗੀ ਬਣ ਕੇ ਰਹਿਣਾ ਚਾਹੀਦਾ। ਇਹਦਾ ਉੱਤਰ ਆ ਗਿਆ ਈੜੀ ਤੇ। ਅਗਲਾ ਪ੍ਰਸ਼ਨ ਹੈ 5ਵਾਂ, ਤੁਹਾਡੇ ਗੁਆਂਢ ਵਿੱਚ ਇੱਕ ਅਜਿਹਾ ਬੱਚਾ ਹੈ ਜਿਸ ਨੂੰ ਅੱਖਾਂ ਤੋਂ ਦਿਖਾਈ ਨਹੀਂ ਦਿੰਦਾ, ਪੜ੍ਹਨਾ ਅਸੰਭਵ ਹੈ, ਅਜਿਹੇ ਵਿੱਚ ਤੁਸੀਂ ਉਸ ਨੂੰ ਡੈਸ਼। ਤਾਂ ਹੁਣ ਇਹਦੇ 'ਚ ਦੇਖੋ ਬੇਟੇ, ਤੁਹਾਡੇ ਗੁਆਂਢ ਵਿੱਚ ਕਿਹੋ ਜਿਹਾ ਬੱਚਾ ਹੈ? ਜਿਹਨੂੰ ਅੱਖਾਂ ਤੋਂ ਦਿਖਾਈ ਨਹੀਂ ਦਿੰਦਾ, ਮਤਲਬ ਨੇਤਰਹੀਨ ਹੈ, ਪੜ੍ਹਨਾ ਉਹਦਾ ਅਸੰਭਵ ਹੈ। ਤਾਂ ਉਹਨੂੰ ਤੁਸੀਂ ਕੀ ਕਰੋਗੇ? ਊੜਾ ਸਕੂਲ ਵਿੱਚ ਦਾਖਲ ਨਾ ਹੋਣ ਦੀ ਸਲਾਹ ਦਿਓਗੇ? ਨਹੀਂ, ਇਹ ਤਾਂ ਨਹੀਂ ਕਹੋਗੇ ਤੁਸੀਂ। ਆੜੇ ਤੇ ਹੈ ਕੰਮ ਸਿੱਖਣ ਲਈ ਕਹੋਗੇ? ਇਹ ਵੀ ਨਹੀਂ ਕਹਿ ਸਕਦੇ ਤੁਸੀਂ। ਈੜੀ ਤੇ ਹੈ ਬ੍ਰੇਲ ਲਿਪੀ ਸਿੱਖਣ ਦੀ ਸਲਾਹ ਦਿਓਗੇ। ਤਾਂ ਅਸੀਂ ਉੱਪਰ ਪ੍ਰਸ਼ਨ ਦੇ ਵਿੱਚ ਵੀ ਪੜ੍ਹਿਆ ਵੀ ਜਿਹੜੇ ਨੇਤਰਹੀਨ ਹੁੰਦੇ ਹੈ ਉਹ ਬ੍ਰੇਲ ਲਿਪੀ ਨਾਲ ਪੜ੍ਹਦੇ ਹੈ, ਤਾਂ ਅਸੀਂ ਕੀ ਕਰਾਂਗੇ? ਬ੍ਰੇਲ ਲਿਪੀ ਸਿੱਖਣ ਦੀ ਸਲਾਹ ਦਿਓਗੇ। ਇਹ ਬੇਟੇ ਤੁਹਾਡੀ ਅੱਜ ਦੀ 18 ਤਰੀਕ ਦੀ ਸੀਗੀ ਪੈਸ ਦੀ ਵਰਕਸ਼ੀਟ। ਉਮੀਦ ਕਰਦੀ ਹਾਂ ਤੁਸੀਂ ਸਾਰੇ ਬੱਚੇ ਬੜੇ ਧਿਆਨ ਨਾਲ ਕਰੋਗੇ। ਕੋਈ ਔਖਾ ਕੰਮ ਨਹੀਂ ਹੈ, ਜਸਟ ਸਮਝ ਕੇ ਹੀ ਕਰਨਾ। ਅਸੀਂ ਇਹਦੇ ਵਿੱਚ ਮੇਨ ਅਸੀਂ ਕੋਈ ਰੱਟਾ ਵਾਲਾ ਕੰਮ ਨਹੀਂ ਕਰਨਾ। ਤਾਂ ਇਹ ਤੁਸੀਂ ਸਾਰਿਆਂ ਨੇ ਵਰਕਸ਼ੀਟ ਧਿਆਨ ਨਾਲ ਸੁਣਨੀ ਹੈ। ਜੇ ਕੁਝ ਤੁਹਾਨੂੰ ਨਹੀਂ ਸਮਝ ਆਉਂਦਾ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸ਼ੇਅਰ ਕਰੋ। ਧੰਨਵਾਦ।